विषय टच किए। एक तो तुसीं ये कहा कि प्राइमरी एजुकेशन जिहड़ी आ वो पंजाबी मध्यम पढ़ाई शुरू होनी चाहिए आ। इंग्लिश मीडियम स्कूल जिहड़े आ वो साडे पंजाबी नूं बहुत ठोरा लाउंदे आ। ते तुसीं तुहाडी जिहड़ी स्पीच आ वो बहुत वधिया आ। तुसीं हर तरीके दे नाल ऑडियंस देख के स्पीच करदे हैं, धन्नवाद। हुण मैं डॉक्टर बजादा भट्ट जी नूं बेनती करूँगा कि जो कि HOD लाहौर कॉलेज फॉर वुमेन यूनिवर्सिटी हर साल वो 2-3 ਕਾਨਫਰੰਸਾਂ ਪੰਜਾਬੀ ਦੀਆਂ ਕਰਾਉਂਦੇ ਆ। ਜਿੱਦਾਂ ਮੈਂ ਅੱਗੇ ਵੀ ਦੱਸਿਆ ਸੀ, ਉਹਨਾਂ ਦੀ 2 ਕਾਨਫਰੰਸਾਂ ਅਸੀਂ ਉਹ ਅਟੈਂਡ ਕਰ ਚੁੱਕੇ ਹਾਂ। ਹੁਣ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਡਾਕਟਰ ਮਜਾਦਾ ਭੱਟ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। डॉक्टर मजादा भट्ट, पाकिस्तान, लाहौर। जी अस्सलाम वालेकुम। मेरी आवाज़ आ रही है? हाँ जी जी। चूँकि अज असी जिस मकसद लिए इकट्ठे हुए हैं वो इल्म है, तालीम है ते माँ बोली दी तालीम है। और इस मामले च मैं अपने अजायब चट्ठा साहब दी बहुत ज़्यादा शुक्रगुजार हाँ ਤੇ ਹਥਿਆਰਾ ਸਾਹਿਬ ਦੀ ਕਿ ਇਹਨਾਂ ਨੇ ਮਿਲ ਕੇ ਇਸ ਐਸੋਸੀਏਸ਼ਨ ਨੂੰ ਇੰਨੀ ਪ੍ਰਮੋਸ਼ਨ ਦਿੱਤੀ ਕਿ ਅੱਜ ਅਸੀਂ ਸਾਰੀ ਦੁਨੀਆ ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ। ਔਰ ਕੋਵਿਡ ਦੇ ਹਾਲਾਤ ਦੇ ਬਾਵਜੂਦ ਸਾਡੀ ਆਵਾਜ਼ ਸਾਰੀ ਦੁਨੀਆ ਤੇ ਅਪੜਦੀ ਪਈ ਹੈ। ਅੱਜ ਦੀ ਗੱਲਬਾਤ ਜਿਹੜੀ ਉਹ ਸਾਡੀ ਮਾਂ ਬੋਲੀ ਦੇ ਹਵਾਲੇ ਨਾਲ ਹੈ। ਜੈਸਾ ਕਿ ਅਸੀਂ ਸਭ ਜਾਣਦੇ ਹਾਂ ਕਿ ਤਾਲੀਮ ਦਾ ਲਫ਼ਜ਼ ਇਲਮ ਤੋਂ ਹੈ, ਜਿਹਦੇ ਮਾਨੀ ਨੇ ਇਦਰਾਕ ਦੇ, ਸ਼ਨਾਸਾਈ ਦੇ। ਇਹਦੇ ਮਾਨੀ ਰਹਿਨੁਮਾਈ ਤੇ ਪਰਵਰਿਸ਼ ਦੇ ਵੀ ਨੇ। ਪੰਜਾਬ ਵਾਸੀਆਂ ਦਾ ਅਲਮੀਆ ਹੈ ਕਿ ਇਹਨਾਂ ਦੀ ਮਾਂ ਬੋਲੀ ਮੁੱਦਤਾਂ ਦਾ ਪੰਧ ਪੱਟਣ ਦੇ ਬਾਵਜੂਦ ਆਪਣੀ ਧਰਤੀ ਉੱਤੇ ਹੀ ਸੰਜਣੀ ਜਾਪਦੀ ਪਈ ਹੈ ਔਰ ਸੰਜਾਣੀ ਨਹੀਂ ਜਾ ਰਹੀ। ਕੋਈ ਵੀ ਇਹਦੀ ਸੰਜਾਨ ਨਹੀਂ ਰੱਖਦਾ ਪਿਆ, ਹਰ ਕੋਈ ਇਸ ਤੋਂ ਨਸਦਾ ਫਿਰਦਾ ਹੈ। ਇਹ ਸਾਰੇ ਅਮਲ ਵਿੱਚ ਬੁਨਿਆਦੀ ਮਰਕਜ਼ ਤਾਲੀਮੀ ਇਦਾਰੇ ਨੇ। ਆਖਿਆ ਜਾਂਦਾ ਹੈ ਕਿ ਬਾਲ ਨੂੰ ਜਮ ਸਿਰ ਅਗਰ ਰਿਆਜ਼ੀ ਤੇ ਜ਼ੁਬਾਨ ਦਾ ਇਲਮ ਸਿਖਾ ਦਿੱਤਾ ਜਾਏ ਤੇ ਉਸ ਦੀ ਜ਼ਹਾਨਤ ਫਤਾਨਤ ਵਿੱਚ ਬਦਲ ਜਾਂਦੀ ਹੈ। ਫਤਾਨਤ ਤੋਂ ਮੁਰਾਦ ਹੈ ਕਿ ਉਹਦੀ ਜ਼ਹਾਨਤ ਨਵੀਆਂ ਤਖਲੀਕਾਂ ਜਿਹੜੀਆਂ ਹੈ ਉਹ ਕਰਨ ਲੱਗ ਜਾਂਦੀ ਹੈ। ਅਲਬੱਤਾ ਮਾਦਰੀ ਜ਼ੁਬਾਨ ਦੀ ਤਾਲੀਮ ਕਿਸ ਉਮਰ ਤੋਂ ਕਿਸ ਉਮਰ ਤੱਕ ਹਾਸਲ ਕਰਨੀ ਚਾਹੀਦੀ ਹੈ, ਇਸ ਦਾ ਫੈਸਲਾ ਅਜੇ ਤੱਕ ਨਹੀਂ ਕੀਤਾ ਜਾ ਸਕਿਆ। ਬਾਲ ਜੰਮਦਿਆਂ ਹੀ ਮਾਂ ਦੀ ਗੋਦ ਦਾ ਲੰਫ ਤੇ ਗਰਮੀ ਭਾਲਦਾ ਹੈ, ਲੱਭਦਾ ਹੈ, ਉਸ ਨੂੰ ਉਹਦੇ ਵਿੱਚ ਸਕੂਨ ਜਾਪਦਾ ਹੈ। ਇਸ ਪਰੋਂ ਜੇ ਬਾਲ ਨੂੰ ਜੰਮਣ ਤੋਂ ਲੈ ਕੇ 4 ਸਾਲ ਦੀ ਉਮਰ ਤੱਕ ਮਾਂ ਬੋਲੀ ਦੀ ਛੱਤਰ ਛਾਵੇਂ ਪਾਲਿਆ ਜਾਏ ਤਾਂ ਉਹ ਦੂਜੇ ਇਲਮਾਂ ਤੇ ਢੇਰ ਮਹਾਰਤ ਨਾਲ ਮਲਕਾ ਹਾਸਲ ਕਰ ਲੈਂਦਾ ਹੈ। ਕਿਉਂ ਜੇ ਜਿਸ ਵੇਲੇ ਉਹ ਸਕੂਲ ਜਾਂਦਾ ਹੈ ਉੱਥੇ ਉਹ ਮਾਂ ਬੋਲੀ ਦੇ ਨਾਲ ਕੌਮੀ ਜ਼ੁਬਾਨ ਸਿੱਖਣ ਲੱਗਦਾ ਹੈ, ਭਾਵੇਂ ਉਹ ਹਿੰਦੀ ਹੋਵੇ ਤੇ ਭਾਵੇਂ ਉਰਦੂ, ਪਰ ਉਹਦੀ ਨੀਂਹ ਜਿਹੜੀ ਹੈ ਉਹ ਮਾਂ ਬੋਲੀ ਤੇ ਰੱਖੀ ਜਾਂਦੀ ਹੈ। ਜਿਸ ਵੇਲੇ ਮੁੱਢਲੀ ਤਾਲੀਮ ਜੋੜ ਚੜ੍ਹਦੀ ਹੈ ਤੇ ਆਲਾ ਤਾਲੀਮ ਹਾਸਲ ਕਰਨ ਲਈ ਉਹਦਾ ਟਿਕਾਣਾ ਤੇ ਮੁਹਾੜ ਬੈਨਲ ਅਕਵਾਮੀ ਜ਼ੁਬਾਨ ਵੱਲ ਮੋੜ ਦਿੱਤਾ ਜਾਂਦਾ ਹੈ, ਤਾਂ ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਜੇ ਉਸ ਨੂੰ ਮਾਦਰੀ ਜ਼ੁਬਾਨ ਬਿਹਤਰ ਤੌਰ ਤੇ ਸਿਖਾਈ ਗਈ ਹੋਵੇ ਤਾਂ ਉਹਦੇ ਅੰਦਰ ਮੁੱਢ ਤੋਂ ਮਾਂ ਬੋਲੀ ਬਾਰੇ ਇੱਕ ਇਤਮਾਦ ਤੇ ਇੱਕ ਕੌਨਫੀਡੈਂਸ ਬਹਾਲ ਰੱਖਦਾ ਹੈ। ਵੇਲੇ ਦੇ ਨਾਲ ਨਾਲ ਇਹ ਸੂਰਤ ਬਦਲਦੀ ਜਾਂਦੀ ਹੈ ਤੇ ਉਹ ਤਰੱਕੀ ਦੀ ਲਾਂਘ ਪੱਟਦਾ ਹੋਇਆ ਹਰ ਥਾਂ ਛੇਤੀ ਛੇਤੀ ਅਗਾਂਹ ਲੰਘਦਾ ਚਲਾ ਜਾਂਦਾ ਹੈ। ਅਲਬੱਤਾ ਜੇ ਉਹਦੇ ਅੰਦਰ ਮਾਂ ਬੋਲੀ ਦੀ ਹੇਠੀ ਉਚਾਰ ਦਿੱਤੀ ਜਾਵੇ ਤਾਂ ਉਹਦੇ ਅੰਦਰ ਜਿਹੜਾ ਅਹਿਸਾਸੇ ਕਮਤਰੀ ਪੈਦਾ ਹੁੰਦਾ ਹੈ, ਜਿਹਨੂੰ ਅਸੀਂ ਇਨਫੀਰੀਅਰ ਕੰਪਲੈਕਸ ਵੀ ਕਹਿੰਦੇ ਹਾਂ, ਉਹ ਉਸਰਨਾ ਸ਼ੁਰੂ ਹੋ ਜਾਂਦਾ ਹੈ। ਉਹ ਉਸ ਨੂੰ ਕਿਸੇ ਪਿੜ ਵਿੱਚ ਅੱਗੇ ਵਧਣ ਨਹੀਂ ਦਿੰਦਾ। ਇਹਦੀਆਂ ਸਾਰੀਆਂ ਮਿਸਾਲਾਂ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਢੇਰ ਦਿਸਦੀਆਂ ਨੇ। ਕਿਉਂ ਜੇ ਇੱਥੇ ਪੜ੍ਹੇ ਲਿਖੇ ਮਾਪੇ ਮਾਂ ਬੋਲੀ ਦੇ ਵਰਤਾਵੇ ਨੂੰ ਹੇਠੀ ਜਾਣਦੇ ਨੇ, ਜਿਸ ਪਾਰੋਂ ਉਹ ਆਪਣੇ ਬਾਲਾਂ ਨੂੰ ਮਾਂ ਬੋਲੀ ਸਿਖਾਉਣ ਵਿੱਚ ਵੀ ਹੇਠੀ ਕਰਦੇ ਚਲੇ ਜਾਂਦੇ ਨੇ। ਬਾਲਾਂ ਨੂੰ ਆਮ ਤੌਰ ਤੇ ਅੰਗਰੇਜ਼ੀ ਮੀਡੀਅਮ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਮਝਿਆ ਜਾਂਦਾ ਹੈ ਕਿ ਅੰਗਰੇਜ਼ੀ ਮੀਡੀਅਮ ਸਕੂਲਾਂ ਵਿੱਚ ਦਾਖਲ ਕਰਾਉਣ ਨਾਲ ਉਹ ਕੁਝ ਜ਼ਿਆਦਾ ਜ਼ਹੀਨ ਹੋ ਜਾਣਗੇ। ਮਾਂ ਬੋਲੀ ਖਾਸ ਕਰ ਪੰਜਾਬ ਵਾਸੀਆਂ ਨੂੰ ਆਪਣੀ ਮਾਂ ਬੋਲੀ ਦੀ ਵਰਤੋਂ ਵਿੱਚ ਢੇਰ ਹੇਠੀ ਜਾਪਦੀ ਹੈ। ਕਿਉਂ ਜੇ ਪਾਕਿਸਤਾਨੀ ਪੰਜਾਬ ਵਿੱਚ ਅਸੀਂ ਗੋ ਲਾਈਏ ਤੇ ਸਿੰਧ ਵਿੱਚ ਸਿੰਧੀ, ਬਲੋਚਿਸਤਾਨ ਵਿੱਚ ਬਲੋਚੀ ਤੇ KPK ਵਿੱਚ ਪਸ਼ਤੋ ਪੜ੍ਹਾਈ ਜਾ ਰਹੀ ਹੈ ਤੇ ਬੁਨਿਆਦੀ ਤਾਲੀਮ ਉਸੇ ਦਿੱਤੀ ਜਾਂਦੀ ਹੈ।
पर साडा पंजाब वासियां दा अलमिया है वे कि एदी मां बोली विच बुनियादी तालीम नहीं दिती जा रही। इस ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਬਾਲਾਂ ਦੇ ਨਾਲ ਹਯਾਤੀ ਦੇ ਮੁੱਢਲੇ 5 ਸਾਲ ਮਾਂ ਬੋਲੀ ਵਿੱਚ ਲੰਘਾਈਏ ਤੇ ਜਿਹੜੀ ਗੱਲਬਾਤ ਮਾਂ-ਬਾਪ ਔਲਾਦ ਦੇ ਨਾਲ ਕਰਨ ਉਹ ਮਾਂ ਬੋਲੀ 'ਚ ਕੀਤੀ ਜਾਏ। ਜਿਸ ਵੇਲੇ ਬੱਚਾ ਲਿਖਣਾ ਪੜ੍ਹਨਾ ਸਿੱਖੇ ਤੇ ਉਸ ਨੂੰ ਸਭ ਤੋਂ ਪਹਿਲੇ ਜਿਹੜੇ ਅੱਖਰ ਸਿਖਾਏ ਜਾਣ ਉਹ ਮਾਂ ਬੋਲੀ ਦੇ ਸਿਖਾਏ ਜਾਣ। ਹਾਂ, ਅਲਬੱਤਾ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਪੰਜਾਬ ਵਾਸੀ ਬਾਲ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਹੋਣ, ਉਹਨਾਂ ਦੀ ਮੁੱਢਲੀ ਤਾਲੀਮ ਵਿੱਚ ਗੁਰਮੁਖੀ ਤੇ ਸ਼ਾਹਮੁਖੀ ਦੋਵੇਂ ਲਿਪੀਆਂ ਉਹਨਾਂ ਨੂੰ ਮੁੱਢੋਂ ਲਿਖਣੀਆਂ ਪੜ੍ਹਨੀਆਂ ਸਿਖਾਈਆਂ ਜਾਣ। ਐਸੇ ਨਜ਼ਰੀਏ ਨੂੰ ਮੁੱਖ ਮੁੱਢ ਰੱਖਦਿਆਂ ਕਾਇਦਾ-ਏ-ਨੂਰ ਤਿਆਰ ਕੀਤਾ ਗਿਆ। ਇਹਦੇ ਰਾਹੀਂ ਬਾਲਾਂ ਨੂੰ ਮੁੱਢਲੀ ਸਤ੍ਹਾ ਤੇ ਵੀ ਤਿਆਰ ਕੀਤਾ ਜਾਏਗਾ ਤੇ ਮਾਂ ਬੋਲੀ ਪੰਜਾਬੀ ਸਿਖਾਈ, ਲਿਖਾਈ ਤੇ ਪੜ੍ਹਾਈ ਜਾ ਸਕਦੀ ਹੈ। ਕਿਉਂ ਜੇ ਸਾਡਾ ਮੌਜੂਦਾ ਦੌਰ ਦਾ ਅਲਮੀਆ ਇਹ ਹੈ ਕਿ ਅੱਜ ਦੀ ਮਾਂ ਵੀ ਕਾਫੀ ਹੱਦ ਤੱਕ ਮਾਂ ਬੋਲੀ ਤੋਂ ਵਾਂਝੀ ਹੋਈ ਹੈ। ਜ਼ਰੂਰੀ ਹੈ ਕਿ ਮੁੱਢਲੀ ਉਮਰ ਤਾਂ 4 ਸਾਲ ਦੇ ਬਾਲਾਂ ਨੂੰ ਮਾਂ ਬੋਲੀ ਸਿਖਾ ਦਿੱਤੀ ਜਾਏ, ਪਰ 5 ਸਾਲ ਤੋਂ 40 ਸਾਲ ਤੱਕ ਦੇ ਅੱਜ ਦੇ ਮੌਜੂਦ ਲੋਕਾਂ ਨੂੰ ਵੀ ਮਾਂ ਬੋਲੀ ਜਿਹੜੀ ਹੈ ਉਹ ਸਿਖਾਈ ਜਾਏ, ਉਹਦਾ ਲਿਖਣ ਢੰਗ ਸਿਖਾਇਆ ਜਾਏ। ਬੋਲਣ ਵਿੱਚ ਤੇ ਬਹੁਤ ਸਾਰੇ ਲੋਕ ਮਾਹਿਰ ਹੋ ਚੁੱਕੇ ਨੇ, ਲੇਕਿਨ ਲਿਖਣ ਢੰਗ ਤੋਂ ਆਰੀ ਨੇ। ਔਰ ਅਗਰ ਅਸੀਂ ਇਹ ਕਰ ਲੈਂਦੇ ਹਾਂ ਤੇ ਆਉਣ ਵਾਲੀਆਂ ਨਸਲਾਂ ਵੀ ਦੀਆਂ ਜਿਹੜੀ ਤਰਬੀਅਤ ਹੈ ਉਹ ਮਾਂ ਬੋਲੀ ਦੀ ਛੱਤਰ ਛਾਵੇਂ ਹੋਏਗੀ। ਇਸ ਪਿੜ ਵਿੱਚ ਜਿਹੜੀਆਂ ਔਖੀਆਂ ਰਾਵਾਂ ਨੇ ਉਹ ਸੌਖੀਆਂ ਹੁੰਦੀਆਂ ਚਲੀਆਂ ਜਾਣਗੀਆਂ। ਇਸ ਮੌਕੇ ਤੇ ਕਾਇਦਾ-ਏ-ਨੂਰ ਇੱਕ ਵੱਡਾ ਮਦਦਗਾਰ ਸਾਬਤ ਹੋਏਗਾ ਤੇ ਇੱਕ ਰਹਿਨੁਮਾ ਦਾ ਕੰਮ ਕਰੇਗਾ। ਨਾਲ ਹੀ ਮਾਂ ਬੋਲੀ ਬਾਰੇ ਤਕਰੀਰੀ ਮੁਕਾਬਲੇ, ਲਿਖਤੀ ਮੁਕਾਬਲੇ, ਮੁਬਾਹਿਸੇ, ਗੀਤਾਂ ਦੇ ਮੁਕਾਬਲੇ, ਮਜ਼ਮੂਨ ਨਵੀਸੀ ਦੇ ਮੁਕਾਬਲੇ ਤੇ ਦੋਨਾਂ ਲਿਖਤੀ ਢੰਗਾਂ ਵਿੱਚ ਕਰਾਏ ਜਾਣ ਵਾਲੇ ਮੁਕਾਬਲੇ ਜਿਹੜੇ ਨੇ ਉਹ ਰਾਇਜ ਕੀਤੇ ਜਾਣ, ਤਾਂ ਕਿ ਇੱਕ ਦੂਜੇ ਤੇ ਬਰਤਰੀ ਹਾਸਲ ਕਰਨ ਦੇ ਚੱਕਰ ਵਿੱਚ ਹੀ ਆਉਣ ਵਾਲੀ ਨਸਲ ਢੇਰ ਤੋਂ ਢੇਰ ਮਾਂ ਬੋਲੀ ਜਿਹੜੀ ਹੈ ਉਸ ਨੂੰ ਸਿੱਖਣ ਦੀ ਕੋਸ਼ਿਸ਼ ਕਰੇ। ਇੱਕ ਹੋਰ ਕਾਇਦਾ ਜਿਹੜਾ ਚੱਠਾ ਸਾਹਿਬ ਹੋਰਾਂ ਤਿਆਰ ਕੀਤਾ, ਉਸਤਾਦ ਪੰਜਾਬੀ, ਇਹ ਸਾਡੇ ਪਾਕਿਸਤਾਨੀ ਪੰਜਾਬ ਵਿੱਚ ਇੰਟਰੋਡਿਊਸ ਕਰਾਇਆ ਜਾ ਰਿਹਾ ਹੈ ਤੇ ਮੈਂ ਇਹ ਸਮਝਦੀ ਹਾਂ ਕਿ ਇਹਦੇ ਰਾਹੀਂ ਤਾਲਬ ਇਲਮਾਂ ਨੂੰ ਸ਼ਾਰਟ ਕੋਰਸਿਸ ਕਰਵਾ ਕੇ ਮਾਂ ਬੋਲੀ ਸਿਖਾਈ ਜਾ ਸਕਦੀ ਹੈ। ਉਹ ਤਾਲਬ ਇਲਮ ਜਿਹੜੇ ਸਾਇੰਸ ਦੀ ਤਾਲੀਮ ਹਾਸਿਲ ਕਰ ਰਹੇ ਨੇ ਉਹਨਾਂ ਦੇ ਕੋਲ ਮਾਂ ਬੋਲੀ ਦਾ ਕੋਈ ਕਨਸੈਪਟ ਨਹੀਂ ਹੈਗਾ। ਉਹ ਤਾਲਬ ਇਲਮ ਜਿਹੜੇ ਦੀਨ ਦੀ ਤਾਲੀਮ ਹਾਸਿਲ ਕਰ ਰਹੇ ਨੇ ਉਹਨਾਂ ਕੋਲ ਮਾਂ ਬੋਲੀ ਦਾ ਕਨਸੈਪਟ ਸਾਡੇ ਇੱਥੇ ਨਹੀਂ ਹੈਗਾ। ਤੇ ਅਗਰ ਅਸੀਂ ਇਸ ਕਿਸਮ ਦੇ ਕਾਇਦਿਆਂ ਦੇ ਨਾਲ ਸ਼ਾਰਟ ਕੋਰਸ ਇੰਟਰੋਡਿਊਸ ਕਰਵਾ ਦਈਏ ਜਿਹਦੀ ਅਸੀਂ ਲਿਮਿਟਡ ਫੀਸ ਰੱਖ ਦਿੰਦੇ ਹਾਂ ਤੇ ਉਸ ਸੂਰਤ ਵਿੱਚ ਮੈਂ ਇਹ ਸਮਝਦੀ ਹਾਂ ਕਿ ਅਸੀਂ ਮਾਂ ਬੋਲੀ ਨੂੰ ਖਿਲਾਰਨ ਵਿੱਚ ਢੇਰ ਕਿਰਦਾਰ ਅਦਾ ਕਰ ਸਕਦੇ ਹਾਂ। ਬਾਕੀ ਇਹ ਵੇ ਕਿ ਮੁੱਕਦੀ ਗੱਲ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਤੇ ਅਸੀਂ ਇਹ ਤਜਰਬਾ ਕਰਨਾ ਹੁਣ ਸ਼ੁਰੂ ਕਰ ਦਿੱਤਾ ਹੈ ਕਿ ਜਿਸ ਵੇਲੇ ਮਾਂ ਬੋਲੀ ਤੋਂ ਦੂਰੀ ਹੋਈ ਤੇ ਸਾਡੀ ਹਸੀਅਤ ਮੁੱਕਣੀ ਸ਼ੁਰੂ ਕਰ ਦਿੱਤੀ। ਜਿਸ ਤਰ੍ਹਾਂ ਕਿ ਪਹਿਲੇ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਸਾਡਾ ਜੌਬ ਸਕੋਪ ਖਤਮ ਹੋ ਗਿਆ, ਨੌਕਰੀਆਂ ਦੇ ਵਿੱਚ ਸਾਨੂੰ ਜਗ੍ਹਾ ਦੇਣੀ ਘਟਾ ਦਿੱਤੀ ਗਈ, ਬਲਕਿ ਕਈ ਥਾਵਾਂ ਤੇ ਮੁਕਾ ਦਿੱਤੀ ਗਈ। ਇਸ ਲਈ ਲਾਜ਼ਮ ਹੈ ਕਿ ਜੇ ਮਾਂ ਬੋਲੀ ਪੰਜਾਬੀ ਨੂੰ ਹਕੂਮਤੀ ਸਤ੍ਹਾ ਤੇ ਮੁੱਢਲੀ ਤਾਲੀਮ ਤੋਂ ਹੀ ਲਾਜ਼ਮੀ ਕਰਾਰ ਦੇ ਦਿੱਤਾ ਜਾਏ ਤੇ ਜਾਂ ਮੁੱਢਲੀ ਤਾਲੀਮ ਦਿੱਤੀ ਹੀ ਇਸ ਜ਼ਬਾਨ ਵਿੱਚ ਜਾਏ ਤੇ ਉਸ ਸੂਰਤ ਵਿੱਚ ਅਸੀਂ ਮਾਂ ਬੋਲੀ ਦੇ ਉਤਾਰ ਵਿੱਚ ਢੇਰ ਹਿੱਸਾ ਪਾ ਸਕਦੇ ਹਾਂ ਔਰ ਉਹ ਉੱਥੇ ਅਪੜ ਜਾਏਗੀ, ਉੱਥੇ ਪਹੁੰਚਾ ਦੇਗੀ ਆਵਾਮ ਨੂੰ ਵੀ ਤੇ ਸਾਡੇ ਅਦਬ ਨੂੰ ਵੀ ਜਿੱਥੇ ਕੋਈ ਦੂਜੀ ਜ਼ੁਬਾਨ ਨਹੀਂ ਅਪੜੀ ਹੋਏਗੀ। ਇਸ ਦੇ ਨਾਲ ਹੀ ਪ੍ਰਾਇਮਰੀ ਸਤ੍ਹਾ ਤੇ ਉਸਤਾਦਾਂ ਨੂੰ ਵੀ ਮਾਂ ਬੋਲੀ ਦੇ ਕੋਰਸ ਕਰਵਾਏ ਜਾਣੇ ਚਾਹੀਦੇ ਨੇ ਜਿਹੜੇ ਵੇਲੇ ਦੇ ਨਾਲ ਨਾਲ ਮਾਂ ਬੋਲੀ ਨੂੰ ਜਿੱਦਤ ਤੇ ਤਰੱਕੀ ਦੀ ਰਾਹ ਵੱਲ ਟੋਰਨ। ਅਜਿਹਾ ਕਨਸੈਪਟ ਜਿਹੜਾ ਡਿਵੈਲਪ ਹੋ ਚੁੱਕਾ ਹੈ ਕਿ ਮਾਂ ਬੋਲੀ ਪੜ੍ਹ ਕੇ ਕੀ ਕਰ ਲੈਣਗੇ, ਇਹਨਾਂ ਨੂੰ ਕੀ ਪਤਾ ਸਾਇੰਸ ਕੀ ਹੈ ਤੇ ਇਹਨਾਂ ਨੂੰ ਕੀ ਪਤਾ ਆਰਟ ਕੀ ਹੈ, ਇਹਨਾਂ ਨੂੰ ਪੰਜਾਬੀ 'ਚ ਕੋਈ ਇਹ ਗੱਲਾਂ ਸਿਖਾਈਆਂ ਜਾਂਦੀਆਂ। ਜਿਸ ਵੇਲੇ ਇੱਕ ਉਸਤਾਦ ਮਾਂ ਬੋਲੀ 'ਚ ਜਿੱਦਤ ਦੀ ਤਰਬੀਅਤ ਲਏਗਾ ਤੇ ਉਸ ਨੂੰ ਪਤਾ ਹੋਏਗਾ ਕਿ ਸਾਇੰਸ ਕੀ ਹੈਗੀ ਹੈ ਤੇ ਉਹ ਪੰਜਾਬੀ 'ਚ ਆਪਣੇ ਬੱਚੇ ਦੀ ਤਰਬੀਅਤ ਦੇ ਦੌਰਾਨ ਉਸ ਨੂੰ ਦੱਸ ਸਕੇਗਾ ਕਿ ਸਾਇੰਸ ਕੀ ਹੈ ਤੇ ਇਹਦੇ ਪੌੜੀ ਚੜ੍ਹਨ ਲਿਆ ਤੂੰ ਕਿਸ ਰਾਹ ਤੋਂ ਲੰਘ ਕੇ ਇੱਥੇ ਅਪੜਨਾ ਹੈ ਤੇ ਕਿਸ ਤਰ੍ਹਾਂ ਤੂੰ ਇਸ ਨੂੰ ਅਗਰ ਆਪਣੀ ਆਵਾਮ ਵਿੱਚ ਖਿਲਾਰਨਾ ਹੈ ਤੇ ਆਪਣੀ ਸਾਇੰਸ ਨੂੰ ਆਪਣੀ ਜ਼ੁਬਾਨ ਵਿੱਚ ਬਿਆਨ ਕਰ।
साइंस अगर अंग्रेज़ वालों आई है तो ਉਹਦਾ ਇਹ मतलब नहीं कि ਉਹਨੂੰ अंग्रेजी च ही बयान किया जाए, उन पंजाबी जुबान च भी बयान किया जा सकता है। बहरहाल जिन्नी असी बुनियादी तौर ते कोशिश शुरू करांगे, इस दा खलार वधावांगे ते तां ही असी सरवाइव कर पावांगे, बच सकांगे, अगे वध सकांगे। नहीं ते वेले दे नाल नाल असी सारे ही खुंज जावांगे जेड़े चंद लोग अज अपनी मां बोली दा झंडा लैके निकले आ। जे असी इहदे ते अमल ना कर पाए ते शायद असी भी बाकी ना रहिए। लेकिन जे अगर अज असी जिस तरह के जगत पंजाबी सभा कोशिश कर रही है ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਨੇ ਆ ਤੇ ਉਸ ਸੂਰਤ ਵਿੱਚ ਮਾਂ ਬੋਲੀ ਦੀ ਉਸਾਰੀ ਤੇ ਖਿਲਾਰ ਵਾਸਤੇ ਅਸੀਂ ਸਾਰੇ ਢੇਰ ਹਿੱਸਾ ਪਾ ਕੇ ਆਪਣੀ ਮਾਂ ਬੋਲੀ ਨੂੰ ਢੇਰ ਉਚਾਈ ਤੇ ਉਸਾਰ ਲਵਾਂਗੇ। ਤੇ ਦੁਨੀਆ ਵਿੱਚ ਅਗਰਚੇ ਕਿ ਪੰਜਾਬੀ ਇਸ ਲਈ 7ਵੀਂ ਵੱਡੀ ਜ਼ੁਬਾਨ ਹੈ, ਫਿਰ ਅਸੀਂ ਇਸ ਨੂੰ ਪਹਿਲੀਆਂ 2 ਜਾਂ 3 ਜ਼ੁਬਾਨਾਂ ਤੱਕ ਲੈ ਆਵਾਂਗੇ ਤੇ ਫਿਰ ਸਾਡੀ ਮਾਂ ਬੋਲੀ ਨੂੰ ਦੂਜੇ ਸਿੱਖਣ ਵਿੱਚ ਫਖਰ ਮਹਿਸੂਸ ਕਰਨਗੇ। बहुत शुक्रिया जी।